ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੰਤਾਂ ਦੀ ਜੀਵਨੀ ਇਸ ਕੜੀ ਵਿੱਚ। ਅਸੀਂ ਤੁਹਾਡੇ ਨਾਲ ਜੋ ਪਹਿਲੇ ਸੰਤ ਹੋ ਚੁੱਕੇ ਹਨ ਔਰ ਜੋ ਅੱਜ ਦੇ ਸਮੇਂ ਵਿੱਚ ਸਾਧਨਾ ਕਰਕੇ, ਤਪੱਸਿਆ ਕਰਕੇ ਜਿਨ੍ਹਾਂ ਨੇ ਨਿਰਵਾਣ ਪਾਇਆ, ਜਿਨ੍ਹਾਂ ਦੇ ਨਾਮ ਵੀ ਅਸੀਂ ਨਹੀਂ ਜਾਣਦੇ, ਅਸੀਂ ਉਹਨਾਂ ਦੀ ਵੀ ਜੀਵਨੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਪਤਰੀ ਜੀ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਐਸੇ ਸੰਤਾਂ ਨਾਲ ਮਿਲਣ ਦਾ ਮੌਕਾ ਦਿੱਤਾ, ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਹਿਮਾਲਿਆ ਵਿੱਚ ਲੋਕੀ ਸੰਤਾਂ ਦੇ ਦਰਸ਼ਨ ਕਰਨ ਜਾਂਦੇ ਨੇ, ਫਿਰ ਵੀ ਨਹੀਂ ਹੁੰਦੇ, ਲੇਕਿਨ ਪਤਰੀ ਜੀ ਨੇ ਹਿਮਾਲਿਆ ਦੇ ਸੰਤਾਂ ਨੂੰ ਹੀ ਬੁਲਾ ਲਿਆ ਔਰ ਉਹਨਾਂ ਦੇ ਆਸ਼ੀਰਵਾਦ ਔਰ ਦਰਸ਼ਨ ਸਾਰਿਆਂ ਨੂੰ ਮਿਲੇ। ਔਰ ਉਹਨਾਂ ਨੇ ਪਤਰੀ ਜੀ ਦੇ ਬਾਰੇ ਜੋ ਦੱਸਿਆ, ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਪਤਰੀ ਜੀ ਜੈਸੇ ਮਹਾਨ ਯੁੱਗ ਪੁਰਸ਼ ਦੇ ਨਾਲ ਸਮੇਂ ਬਿਤਾਇਆ। ਪਤਰੀ ਜੀ ਦੇ ਉਹ ਖਾਸ ਮਿੱਤਰ ਵੀ ਹਨ ਔਰ ਉਹਨਾਂ ਦਾ ਨਾਮ ਹੈ ਮਹਾਯੋਗੀ ਪਾਇਲਟ ਬਾਬਾ। ਹਾਂਜੀ, ਸ਼ਾਇਦ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਵੇ। ਬੜੀ ਹੀ ਕਮਾਲ ਦੀ ਉਹਨਾਂ ਦੀ ਜੀਵਨੀ ਹੈ, ਕਿਸ ਤਰ੍ਹਾਂ ਇੱਕ ਪਾਇਲਟ ਤੋਂ ਯੋਗੀ ਬਣ ਗਏ ਔਰ ਕਿਸ ਤਰ੍ਹਾਂ ਉਹਨਾਂ ਨੇ ਵਿਗਿਆਨ ਨੂੰ ਚੁਣੌਤੀਆਂ ਦਿੱਤੀਆਂ ਔਰ ਅਧਿਆਤਮਿਕ ਜੋ ਸ਼ਕਤੀ ਹੈ ਉਹ ਦਿਖਾਈ ਵਿਗਿਆਨ ਨੂੰ। ਉਹਨਾਂ ਦੀ ਜੀਵਨੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ 2 ਵਾਰੀ ਉਹਨਾਂ ਦੇ ਦਰਸ਼ਨ ਕੀਤੇ। ਇੱਕ ਵਾਰੀ ਬੁੱਧ ਪੂਰਨਿਮਾ ਦੇ ਮੌਕੇ ਤੇ, ਜਿਸ ਵੇਲੇ ਉਹ ਬੈਂਗਲੋਰ ਪਿਰਾਮਿਡ ਵੈਲੀ ਪਤਰੀ ਜੀ ਦੇ ਸੱਦੇ ਤੇ ਗਏ, ਔਰ ਇੱਕ ਵਾਰੀ 2018 ਵਿੱਚ ਧਿਆਨ ਮਹਾਚਕਰ ਹੈਦਰਾਬਾਦ ਖੜਤਾਲ ਵਿੱਚ ਪਤਰੀ ਜੀ ਦੇ ਸੱਦੇ ਤੇ ਉਹ ਗਏ ਤੇ ਉਹਨਾਂ ਨੇ ਆਪਣੀ ਜੀਵਨ ਯਾਤਰਾ ਸਾਰਿਆਂ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਗੁਰੂ ਦਾ ਕੀ ਮਹੱਤਵ ਹੁੰਦਾ ਹੈ ਤੇ ਜਿਸ ਵੇਲੇ ਅਸੀਂ ਕਿਸੇ ਗੁਰੂ ਦੇ ਲੜ ਲੱਗ ਜਾਂਦੇ ਹਾਂ ਤੇ ਫਿਰ ਸਾਨੂੰ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ। ਤੇ ਆਓ ਉਹਨਾਂ ਦੇ ਜੀਵਨ ਦੇ ਬਾਰੇ ਜਾਣੀਏ। ਮਹਾਯੋਗੀ ਪਾਇਲਟ ਬਾਬਾ ਇੱਕ ਸਧਾਰਨ ਮਨੁੱਖ ਦੁਆਰਾ ਅਨੋਖੇ ਜੀਵਨ ਦਾ ਨਿਰਮਾਣ। ਕਪਿਲ ਸਿੰਘ ਮਹਾਯੋਗੀ ਪਾਇਲਟ ਬਾਬਾ ਨੇ ਬਿਹਾਰ ਦੇ ਸਾਸਾਰਾਮ ਵਿੱਚ 1938 ਵਿੱਚ ਜਨਮ ਲਿਆ। ਉਹਨਾਂ ਨੇ 1959 ਵਿੱਚ ਫਾਈਟਰ ਪਾਇਲਟ ਦੇ ਤੌਰ ਤੇ 에ਅਰ ਫੋਰਸ ਵਿੱਚ ਨੌਕਰੀ ਕੀਤੀ। ਉਹ 1962, 1965 ਤੇ 1971 ਦੀ ਲੜਾਈ ਵਿੱਚ ਚੀਨ ਤੇ ਪਾਕਿਸਤਾਨ ਦੇ ਖਿਲਾਫ ਲੜੇ। ਉਹਨਾਂ ਦੇ ਦੇਸ਼ ਤੋਂ ਮਰ ਮਿਟਣੇ ਦੇ ਜਜ਼ਬੇ ਕਰਕੇ ਉਹਨਾਂ ਨੂੰ ਰਾਸ਼ਟਰਪਤੀ ਤੋਂ ਵੀਰ ਚੱਕਰ ਤੇ ਵਿਸ਼ਿਸ਼ਟ ਸੇਵਾ ਸਨਮਾਨ ਦਿੱਤਾ ਗਿਆ। ਸਭ ਤੋਂ ਘੱਟ ਉਚਾਈ ਤੇ ਫਾਈਟਰ ਪਲੇਨ ਉਡਾਣ ਲਈ ਉਹਨਾਂ ਦਾ ਨਾਮ ਵਿਸ਼ਵ ਰਿਕਾਰਡ ਵਿੱਚ ਦਰਜ ਹੋਇਆ। ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਰਗੈਨਿਕ ਕੈਮਿਸਟਰੀ ਵਿੱਚ ਮਾਸਟਰ ਦੀ ਡਿਗਰੀ ਲੈਣ ਵਾਲੇ 15 ਸਾਲ ਤੱਕ ਫਾਈਟਰ ਵਿੰਗ ਕਮਾਂਡਰ ਦੇ ਪਦ ਤੇ ਆਪਣੀਆਂ ਸੇਵਾ ਨਿਭਾ ਕੇ ਫਿਰ ਸੇਵਾ ਤੋਂ ਛੁੱਟੀ ਲੈ ਲਈ। ਇਸ ਸੰਤ ਦਾ ਨਾਮ ਹੈ ਮਹਾਯੋਗੀ ਪਾਇਲਟ ਬਾਬਾ। ਉਹਨਾਂ ਨੇ ਆਪਣੇ 15 ਸਾਲ ਦੇ ਸਮੇਂ ਵਿੱਚ ਵਾਯੂ ਸੈਨਾ ਵਿੱਚ ਪਾਇਲਟ, ਫਲਾਈਂਗ ਆਫਿਸਰ, ਵਿੰਗ ਕਮਾਂਡਰ ਆਦਿ ਦੇ ਪਦ ਤੇ ਕੰਮ ਕੀਤਾ ਤੇ ਬੰਗਲਾਦੇਸ਼ ਦਾ ਯੁੱਧ ਤੇ ਗੋਆ ਦੀ ਸੁਤੰਤਰਤਾ ਲਈ ਵੀ ਕੰਮ ਕੀਤਾ। ਉਹ ਇੱਕ ਐਸੇ ਪਾਇਲਟ ਸਨ ਜਿਨ੍ਹਾਂ ਨੇ ਬਿਨਾਂ ਕਿਸੇ ਸਰਕਾਰੀ ਆਦੇਸ਼ ਦੇ ਗੋਆ ਦੀ ਚਰਚ ਤੇ ਬੰਬਬਾਰੀ ਕਰ ਦਿੱਤੀ। ਕਿਹਾ, ਮੇਰੇ ਲਈ ਮੇਰਾ ਦੇਸ਼ ਤੇ ਮੇਰੇ ਦੇਸ਼ਵਾਸੀ ਜ਼ਿਆਦਾ ਜ਼ਰੂਰੀ ਹਨ, ਮੰਦਰ, ਮਸਜਿਦ ਜਾਂ ਚਰਚ ਨਹੀਂ। ਉਹਨਾਂ ਦੇ ਐਸੇ ਕ੍ਰਾਂਤੀਕਾਰੀ ਵਿਚਾਰ ਸਨ। ਉਹਨਾਂ ਦੇ ਉੱਚ ਕੋਟੀ ਦੇ ਅਨੁਭਵਾਂ ਦੇ ਵਿਸ਼ਵ ਗੁਰੂ ਹੋਣ ਦੀ ਭਾਰਤ ਦੀ ਛਵੀ ਨੂੰ ਮਜ਼ਬੂਤ ਕੀਤਾ। ਹਿਮਪੁੱਤਰ ਪਾਇਲਟ ਬਾਬਾ ਨੇ ਪੂਰੀ ਦੁਨੀਆ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਅਨੇਕ ਯੱਗ ਸਾਧਨਾ ਕੀਤੀ ਤੇ ਕਈ ਵਾਰ ਉਹਨਾਂ ਨੇ ਸਮਾਧੀ ਵੀ ਲਈ। ਉਹਨਾਂ ਦੇ ਜੀਵਨ ਵਿੱਚ ਸਭ ਕੁਝ ਚੰਗਾ ਚੱਲ ਰਿਹਾ ਸੀ। 1972 ਦੀ ਲੜਾਈ ਦੇ ਸਮੇਂ ਇੱਕ ਐਸੀ ਘਟਨਾ ਘਟੀ ਜਿਸ ਦੇ ਨਾਲ ਉਹਨਾਂ ਦਾ ਜੀਵਨ ਬਦਲ ਗਿਆ। ਹਰੀ ਬਾਬਾ ਦੇ ਵਿਅਕਤਿਤਵ ਦਾ ਉਹਨਾਂ ਦੇ ਜੀਵਨ ਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹਨਾਂ ਨੇ ਹਰੀ ਬਾਬਾ ਨੂੰ ਆਪਣਾ ਗੁਰੂ ਮੰਨ ਲਿਆ। ਉਹਨਾਂ ਨੇ ਹਰੀ ਬਾਬਾ ਦੇ ਨਾਲ 14 ਸਾਲ ਤੱਕ ਹਿਮਾਲਯ ਵਿੱਚ ਬਹੁਤ ਸਾਧਨਾ ਕੀਤੀ। ਉਹਨਾਂ ਨੇ ਅੰਤਰ ਯਾਤਰਾ, ਆਪੇ ਦੀ ਖੋਜ, ਕੈਲਾਸ਼ ਮਾਨਸਰੋਵਰ, ਹਿਮਾਲਯ ਕਹਿ ਰਹਾ ਹੈ, ਸੋ ਆਈ ਫਾਊਂਡ, ਪਰਲਸ ਆਫ ਵਿਜ਼ਡਮ, ਪਿਲਗ੍ਰਿਮੇਜ ਫਰੋਮ ਯੂ ਟੂ ਯੋਰਸੈਲਫ ਆਦਿ ਕਿਤਾਬਾਂ ਲਿਖੀਆਂ। ਉਹਨਾਂ ਨੇ 2018 ਵਿੱਚ 9ਵੇਂ ਧਿਆਨ ਮਹਾਚਕਰ ਵਿੱਚ ਕਰਤਾਲ ਪਿਰਾਮਿਡ ਸੁਸਾਇਟੀ ਵਿੱਚ
ਹੋ ਰਹੇ ਧਿਆਨ ਮਹਾਚਕਰ ਦੇ ਪ੍ਰੋਗਰਾਮ ਵਿੱਚ ਪਤਰੀ ਜੀ ਨਾਲ ਮੰਚ ਸਾਂਝਾ ਕੀਤਾ ਤੇ ਆਪਣੀ ਜੀਵਨ ਯਾਤਰਾ ਦੇ ਬਾਰੇ ਦੱਸਦੇ ਹੋਏ ਆਪਣੇ ਸੁਨੇਹੇ ਦਿੱਤੇ। ਜੀਵਨ ਬਦਲਣੇ ਵਾਲੀ ਘਟਨਾ, ਉਹਨਾਂ ਦੀ ਜ਼ੁਬਾਨੀ, ਉਹਨਾਂ ਦੇ ਜੀਵਨ ਬਦਲਣੇ ਵਾਲੀ ਚਮਤਕਾਰੀ ਘਟਨਾ। ਮੈਂ ਨੇਫਾ ਬਾਰਡਰ ਤੇ ਆਪਣੇ ਮਿਸ਼ਨ ਦੇ ਤਹਿਤ ਉਡਾਨ ਭਰ ਰਿਹਾ ਸੀ। ਅਚਾਨਕ ਵਿਮਾਨ ਦਾ ਬੇਸ ਨਾਲੋਂ ਸੰਪਰਕ ਟੁੱਟ ਗਿਆ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਜਹਾਜ਼ ਨੂੰ ਕਿੱਥੇ ਤੇ ਕਿਸ ਤਰ੍ਹਾਂ ਉਤਾਰਾਂ। ਜਹਾਜ਼ ਥੱਲੇ ਥੱਲੇ ਬੈਠਦਾ ਜਾ ਰਿਹਾ ਸੀ ਤੇ ਅਧਿਕਾਰੀਆਂ ਨੇ ਮੇਰੇ ਜਿੰਦਾ ਰਹਿਣ ਦੀਆਂ ਸਾਰੀਆਂ ਉਮੀਦਾਂ ਛੱਡ ਦਿੱਤੀਆਂ। ਉਸ ਵਕਤ ਇੱਕ ਚਮਤਕਾਰ ਹੋਇਆ। ਹਰੀ ਬਾਬਾ ਨਾਮ ਦਾ ਇੱਕ ਸਾਧੂ ਜਹਾਜ਼ ਵਿੱਚ ਪ੍ਰਗਟ ਹੋਇਆ ਤੇ ਬਹੁਤ ਹੀ ਰਹੱਸਮਈ ਢੰਗ ਨਾਲ 35,000 ਫਿਟ ਦੀ ਉਚਾਈ ਤੇ ਮਿਗ ਦੇ ਕਾਕਪਿਟ ਵਿੱਚ ਆਣਾ ਇੱਕ ਵਿਅਕਤੀ ਲਈ ਅਸੰਭਵ ਹੈ। ਵਿਪਦਾ ਦੇ ਸਮੇਂ, ਮੁਸੀਬਤ ਦੇ ਸਮੇਂ, ਜਿਸ ਵੇਲੇ ਮੌਤ ਨਾਲ ਲੜਾਈ ਚੱਲ ਰਹੀ ਸੀ, ਕਿਸੇ ਵੀ ਪਲ ਮਿਗ ਦੇ ਟੁਕੜੇ ਟੁਕੜੇ ਹੋ ਜਾਣਗੇ ਔਰ ਸਰੀਰ ਤੋਂ ਮੈਂ ਛੁੱਟ ਜਾਵਾਂਗਾ, ਇਹ ਮਹਿਸੂਸ ਕਰ ਰਿਹਾ ਸੀ। ਅਚਾਨਕ ਸ਼ੀਸ਼ੇ ਤੋਂ ਕੋਈ ਬੰਦਾ ਅੰਦਰ ਆ ਕੇ ਕਾਕਪਿਟ ਵਿੱਚ ਬੈਠ ਗਿਆ ਤੇ ਮੇਰੇ ਸਾਹਮਣੇ ਆ ਕੇ ਕਹਿਣ ਲੱਗਾ, ਇਸ ਪਾਸੇ ਉਡਾਨ ਭਰੋ। ਨੇਫਾ ਵਿੱਚ ਜਿੱਥੇ ਮੈਂ ਉਡਾਨ ਭਰੀ, ਉੱਥੇ ਛਬੀਆ ਸਟੇਸ਼ਨ ਤੇ ਵਿੰਗ ਕਮਾਂਡਰ, 에ਅਰ ਕੰਟਰੋਲ ਗਰੁੱਪ ਤੇ ਹੋਰ ਸਾਰੇ ਕਮਾਂਡਰ ਇੰਚਾਰਜ ਜੋ ਮੇਰੇ ਆਪਾਤਕਾਲੀਨ ਸਥਿਤੀ ਵਿੱਚ ਉਤਰਨੇ ਦੀ ਪ੍ਰਤੀਕਸ਼ਾ ਕਰ ਰਹੇ ਸਨ। ਜਿਸ ਵੇਲੇ ਮੇਰਾ ਵਿਮਾਨ ਉਤਰਿਆ ਤੇ ਮੈਨੂੰ ਜਿੰਦਾ ਕੁਸ਼ਲ ਦੇਖ ਕੇ ਔਰ ਮੇਰੇ ਨਾਲ ਹਰੀ ਬਾਬਾ ਨੂੰ ਦੇਖ ਕੇ ਸਾਰੇ ਅਫਸਰ ਹੱਕਾ ਬੱਕਾ ਰਹਿ ਗਏ, ਕਿਉਂਕਿ ਉਹ ਇਸ ਗੱਲ ਦੀ ਉਮੀਦ ਵੀ ਛੱਡ ਚੁੱਕੇ ਸਨ। ਉਹ ਇਸ ਗੱਲ ਤੋਂ ਸਾਰੇ ਬਹੁਤ ਹੈਰਾਨ ਹੋ ਗਏ ਕਿ ਜਿਸ ਵਿਮਾਨ ਦਾ ਸੰਪਰਕ ਟੁੱਟ ਚੁੱਕਿਆ ਸੀ, ਉਹਦੇ ਕਾਕਪਿਟ ਵਿੱਚ ਇਸ ਸਾਧੂ ਨੇ ਕਿਸ ਤਰ੍ਹਾਂ ਪ੍ਰਵੇਸ਼ ਕੀਤਾ। ਵਿਮਾਨ ਤੋਂ ਨਿਕਲ ਕੇ ਹਰੀ ਬਾਬਾ ਵੱਡੇ ਅਸਿਸਟੈਂਟ ਕਮਾਂਡਰ ਕੋਲ ਗਏ ਤੇ ਪੁੱਛਿਆ, ਸਿਗਾਰ ਹੈ? ਮੈਨੂੰ ਦਿਓ। ਉਹਨਾਂ ਨੇ ਸਿਗਾਰ ਦਿੱਤੀ। ਹਰੀ ਬਾਬਾ ਦੂਜੇ ਕਮਾਂਡਰ ਸ਼੍ਰੀ ਮਲਿਕ ਜੀ ਦੇ ਕੋਲ ਗਏ ਔਰ ਸਿਗਾਰ ਨੂੰ ਜਲਾਉਣ ਲਈ ਲਾਈਟਰ ਮੰਗਿਆ। ਸਿਗਾਰ ਜਲਾ ਕੇ ਉੱਥੋਂ ਚਲੇ ਗਏ। ਸਾਰੇ ਹੱਕੇ ਬੱਕੇ ਖੜੇ ਹੋ ਕੇ ਦੇਖਦੇ ਰਹੇ ਤੇ ਸਮੂਹਿਤ ਹੋ ਗਏ। ਹਰੀ ਬਾਬਾ ਦੇ ਜਾਣ ਤੋਂ ਬਾਅਦ ਸਾਰੇ ਕਹਿਣ ਲੱਗੇ, ਅਰੇ ਦੇਖੋ ਦੇਖੋ। ਸਾਰੇ ਉਹਨਾਂ ਨੂੰ ਦੇਖਣ ਲਈ ਦੌੜੇ। ਮੈਂ ਕਿਹਾ, ਹੁਣ ਉਹ ਚਲੇ ਗਏ ਹਨ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਉਹ ਓਝਲ ਹੋ ਗਏ। ਸਾਰੇ ਹੈਰਾਨ ਸਨ ਕਿ ਗੇਰੂਏ ਕੱਪੜਿਆਂ ਵਿੱਚ ਦਿਖਾਈ ਦੇਣ ਵਾਲਾ ਇਹ ਸਾਧੂ ਬੜਾ ਹੀ ਰਹੱਸਮਈ ਹੈ। ਮਨੁੱਖ ਹੀ ਇੱਕ ਬਹੁਤ ਵੱਡਾ ਰਾਜ ਹੈ, ਲੇਕਿਨ ਇਹ ਬੰਦਾ ਉਹਨਾਂ ਸਾਰੇ ਰਾਜਾਂ ਨੂੰ ਜਾਣਨ ਵਾਲਾ ਹੈ। ਮੈਂ ਅਫਸਰਾਂ ਨੂੰ ਕਿਹਾ, ਹਰੀ ਬਾਬਾ ਵਾਪਸ ਆਣਗੇ, ਕਿਉਂਕਿ ਜਦੋਂ ਵੀ ਉਹ ਮੇਰੀ ਮਦਦ ਕਰਦੇ ਹਨ, ਬਦਲੇ ਵਿੱਚ ਮੇਰੇ ਕੋਲੋਂ 2 ਰੁਪਏ ਲੈਂਦੇ ਹਨ। ਇਸ ਵਾਰੀ ਉਹਨਾਂ ਨੇ 2 ਰੁਪਏ ਨਹੀਂ ਲਏ, ਇਸ ਕਰਕੇ ਵਾਪਸ ਆਣਗੇ। ਹਰੀ ਬਾਬਾ ਦਾ ਪਰਿਚੈ। ਜਿਸ ਵੇਲੇ ਅਸੀਂ ਮੈਸ ਵਿੱਚ ਬੈਠ ਕੇ ਖਾਣਾ ਖਾ ਰਹੇ ਸੀ, ਤਾਂ ਪਹਿਲੇ ਉਹ ਮੈਨੂੰ ਮੇਰੀ ਗੱਡੀ ਵਿੱਚ ਬੈਠੇ ਮਿਲ ਗਏ ਤੇ ਮੈਨੂੰ ਕਹਿਣ ਲੱਗੇ, 2 ਰੁਪਏ ਦਿਓ। ਮੈਂ ਕਿਹਾ, ਰੁਕੋ। ਸਾਰੇ ਵਾਯੂ ਸੈਨਾ ਦੇ ਅਫਸਰ ਇਹ ਜਾਣਨ ਲਈ ਵਿਆਕੁਲ ਹਨ ਕਿ ਤੁਸੀਂ ਕੌਣ ਹੋ, ਤੁਹਾਡਾ ਪਰਿਚੈ ਕੀ ਹੈ। ਉਹਨਾਂ ਨੇ ਕਿਹਾ, ਮੇਰਾ ਕੋਈ ਪਰਿਚੈ ਨਹੀਂ ਹੈ। ਦੇਸ਼ ਔਰ ਸਮਾਜ ਨੂੰ ਮੁਸੀਬਤ ਚੋਂ ਬਚਾਉਣਾ ਮੇਰਾ ਪਰਿਚੈ ਹੈ। ਤੁਹਾਨੂੰ ਬਚਾ ਕੇ ਅਸੀਂ ਆਪਣੇ ਦੇਸ਼ ਨੂੰ ਬਚਾਉਣਾ ਚਾਹੁੰਦੇ ਹਾਂ। ਅਸੀਂ ਭਾਰਤ ਦੀ ਪਰੰਪਰਾ ਦੇ ਨਾਲ ਹਾਂ। ਹਰੀ ਬਾਬਾ ਨੇ ਜੀਵਨ ਤੇ ਜੀਵਨ ਦੇ ਸੱਤ ਦੇ ਬਾਰੇ ਸਾਰਿਆਂ ਨੂੰ ਦੱਸਿਆ ਕਿ ਅੰਦਰੋਂ ਅਸੀਂ ਸਾਰੇ ਇੱਕ ਹੀ ਹਾਂ। ਤੁਸੀਂ ਹੀ ਆਪਣੇ ਮਨ ਔਰ ਆਪਣੇ ਕਰਮਾਂ ਕਰਕੇ ਆਪਣੇ ਵਿਅਕਤੀਤਵ ਦਾ ਨਿਰਮਾਣ ਕੀਤਾ ਹੈ। ਮੇਰੇ ਵਿੱਚ ਔਰ ਤੁਹਾਡੇ 'ਚ ਕੋਈ ਅੰਤਰ ਨਹੀਂ ਹੈ। ਸਿਰਫ ਸਾਡੇ ਕੇਂਦਰ ਬਿੰਦੂ ਵੱਖ-ਵੱਖ ਹਨ ਔਰ ਇਹ ਮਨ ਦੀ ਉਪਜ ਹੈ। ਜੇ ਤੁਸੀਂ ਸਾਰੇ ਜੀਵਾਂ ਦੇ ਪ੍ਰਤੀ ਹਮਦਰਦੀ, ਆਦਰ, ਪਿਆਰ, ਕਰੁਣਾ ਰੱਖਦੇ ਹੋ ਤੇ ਸਾਰੇ ਪ੍ਰਾਣੀਆਂ ਦੇ ਪ੍ਰਤੀ ਸਮਰਪਿਤ ਹੋ, ਤੇ ਅਸੀਂ ਤੁਹਾਡੀ ਸਹਾਇਤਾ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਾਂ, ਕਿਉਂਕਿ ਤੁਸੀਂ ਸੱਚ ਦੇ ਮਾਰਗ ਤੇ ਚੱਲ ਰਹੇ ਹੁੰਦੇ ਹੋ। ਤੁਸੀਂ ਸੱਚ ਦੇ ਨਾਲ ਹੀ ਪੈਦਾ ਹੋਏ ਹੋ, ਲੇਕਿਨ ਤੁਹਾਡਾ ਪੂਰਾ ਜੀਵਨ ਬਿਖਰਿਆ ਹੋਇਆ ਤੇ ਬੇਚੈਨ ਹੈ। ਸੰਸਾਰ ਵਿੱਚ ਤੁਸੀਂ ਪੂਰਾ ਜੀਵਨ ਝੂਠ ਬੋਲ ਰਹੇ ਹੋ। ਇਸ ਸੰਸਾਰ ਤੋਂ ਕੁਝ ਵੀ ਲੈ ਕੇ ਨਾਲ ਨਹੀਂ ਜਾ ਸਕਦੇ। ਇਸ ਕਰਕੇ ਆਪਣੇ ਕਰਮਾਂ ਨੂੰ ਤੇ ਮਨ ਨੂੰ ਸ਼ੁੱਧ ਕਰਕੇ ਹਿਰਦੇ ਔਰ ਚੇਤਨਾ ਨਾਲ ਜੀਵਨ ਜੀਣਾ ਸ਼ੁਰੂ ਕਰੋ ਤੇ ਤੁਸੀਂ ਰੱਬ ਬਣ ਜਾਓਗੇ। ਤੁਹਾਡਾ ਹਰ ਇੱਕ ਕਰਮ ਦਿव्य ਹੋ ਜਾਏਗਾ। ਐਸੇ ਕਰਕੇ ਅਸੀਂ ਸੰਸਾਰ ਵਿੱਚ ਜਨਮ ਲਿਆ ਹੈ। ਇਹ ਕਹਿ ਕੇ ਉਹ ਅਲੋਪ ਹੋ ਗਏ।
ਇਸ ਅਸਾਧਾਰਨ ਘਟਨਾ ਤੋਂ ਬਾਅਦ ਮੈਂ ਨੌਕਰੀ ਤੋਂ ਛੁੱਟੀ ਲੈ ਲਈ, ਅਸਤੀਫਾ ਦੇ ਦਿੱਤਾ ਤੇ ਸੱਚ ਦੀ ਖੋਜ ਵਿੱਚ ਨਿਕਲ ਪਿਆ। ਮੇਰੀ ਸੱਚ ਦੀ ਖੋਜ। ਹਰੀ ਬਾਬਾ ਹਿਮਾਲਯ ਦੇ ਦੁਰਲਭ ਸੰਤ ਹਨ। ਉਹ ਬਹੁਤ ਹੀ ਸਹਿਜ ਹਨ। ਉਹਨਾਂ ਦੇ ਵਿੱਚ ਕੋਈ ਅਡੰਬਰ ਜਾਂ ਦਿਖਾਵਾ ਨਹੀਂ ਹੈ। ਨੇਪਾਲ ਤੇ ਹਿਮਾਲਯ ਵਿੱਚੋਂ ਰਹਿੰਦੇ ਹਨ। ਜਦ ਵੀ ਮੇਰੇ ਘਰ ਪਰਿਵਾਰ ਤੇ ਜਾਂ ਵਾਯੂ ਸੈਨਾ ਵਿੱਚ ਕੋਈ ਕਠਿਨਾਈ ਆਈ ਤਾਂ ਉਸ ਵੇਲੇ ਉਹਨਾਂ ਨੇ ਆ ਕੇ ਮੈਨੂੰ ਉਸ ਮੁਸੀਬਤ ਚੋਂ ਬਾਹਰ ਕੱਢਿਆ। ਉਹ ਕਦੀ ਪੈਦਲ ਚੱਲ ਕੇ ਜਾਂ ਗੱਡੀ ਜਾਂ ਮੋਟਰ 'ਚ ਨਹੀਂ ਸਨ ਆਉਂਦੇ, ਹਵਾ ਵਿੱਚ ਆਉਂਦੇ ਸਨ। ਜਿੱਥੇ ਅਸੀਂ ਬੈਠੇ ਹੁੰਦੇ ਸੀ ਉੱਥੇ ਆ ਕੇ ਪ੍ਰਗਟ ਹੋ ਜਾਂਦੇ ਸਨ ਤੇ ਕਹਿੰਦੇ ਸਨ, ਇਹ ਕੰਮ ਕਰੋ ਜਾਂ ਇਹ ਕੰਮ ਨਾ ਕਰੋ। ਲੇਕਿਨ ਅਸੀਂ ਫੌਜੀ ਸਾਂ, ਲੜੋ ਮਰੋ ਕੱਟੋ, ਆਪਣੇ ਲਕਸ਼ ਨੂੰ ਸਾਬਤ ਕਰੋ, ਸਾਨੂੰ ਉਹੀ ਆਂਦਾ ਸੀ। ਫਿਰ ਵੀ ਭਾਰਤੀਏ ਹੋਣ ਕਰਕੇ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਸੀ ਕਿ ਉਹ ਸਾਡੇ ਗੁਰੂ ਹਨ ਤੇ ਅਸੀਂ ਉਹਨਾਂ ਦੇ ਪ੍ਰਤੀ ਸਮਰਪਿਤ ਸਾਂ। ਜਦੋਂ ਉਹਨਾਂ ਨੇ ਮੈਨੂੰ ਇਸ ਦੁਰਘਟਨਾ ਤੋਂ ਬਚਾਇਆ ਤੇ ਮੈਨੂੰ ਇਹ ਲੱਗਾ ਕਿ ਇਹ ਕੋਈ ਆਮ ਬੰਦਾ ਨਹੀਂ, ਇਹ ਬਹੁਤ ਹੀ ਖਾਸ ਹੈ। ਅਸੀਂ ਇੰਨੇ ਵਿਗਿਆਨਿਕ ਯੁੱਗ ਵਿੱਚ ਇਸ ਵਹਿਮ ਨਾਲ ਪਲੇ ਹਾਂ ਕਿ ਅਸੀਂ ਜੈਟ ਤੇ ਮਿਗ ਉਡਾ ਰਹੇ ਹਾਂ, ਲੇਕਿਨ ਉਹਨਾਂ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਬੱਚਾ ਸਮਝਣ ਲੱਗਦੇ। ਇਸ ਮਨੁੱਖ ਦੇ ਅੰਦਰ ਕੀ ਰਾਜ ਛੁਪਿਆ ਹੈ? ਇਹ ਸਾਡੇ ਅੰਦਰ ਹੋਣ ਵਾਲੀਆਂ ਭਾਵਨਾਵਾਂ ਨੂੰ ਕਿਸ ਤਰ੍ਹਾਂ ਪੜ੍ਹ ਲੈਂਦੇ ਹਨ? ਆਉਣ ਵਾਲੀਆਂ ਘਟਨਾਵਾਂ ਜਾਂ ਪਹਿਲੇ ਹੋਈਆਂ ਘਟਨਾਵਾਂ ਨੂੰ ਕਿਸ ਤਰ੍ਹਾਂ ਜਾਣ ਲੈਂਦੇ ਹਨ ਤੇ ਸਮੇਂ-ਸਮੇਂ ਤੇ ਆ ਕੇ ਸਾਨੂੰ ਇਸ਼ਾਰਾ ਵੀ ਕਰ ਦਿੰਦੇ ਹਨ। ਤੇ ਮੈਂ ਉਹਨਾਂ ਕੋਲੋਂ ਪੁੱਛਿਆ ਕਿ ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ? ਉਹਨਾਂ ਨੇ ਕਿਹਾ, ਇਹ ਤੇ ਸਮੇਂ ਹੀ ਦੱਸੇਗਾ, ਅਸੀਂ ਕੌਣ ਹੁੰਦੇ ਹਾਂ ਦੱਸਣੇ ਵਾਲੇ। ਮੇਰੇ ਸੰਸਕਾਰਾਂ ਵਿੱਚ ਹਰੀ ਬਾਬਾ ਦਾ ਸੰਯੋਗ ਰਿਹਾ ਤੇ ਇਸ ਕਰਕੇ ਉਹ ਮੇਰੇ ਜੀਵਨ 'ਚ ਆਏ। ਫਿਲਮ ਜਗਤ ਵਿੱਚ ਪ੍ਰਵੇਸ਼। ਮੈਂ ਵਾਯੂ ਸੈਨਾ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਮੇਰਾ ਜੀਵਨ ਉਹਨਾਂ ਦੀ ਦੇਣ ਹੈ। ਉਹਨਾਂ ਨੇ ਮੈਨੂੰ ਸਾਰੇ ਸੰਸਾਰ ਲਈ ਬਚਾਇਆ ਹੈ ਤੇ ਮੈਂ ਹੁਣ ਆਪਣਾ ਜੀਵਨ ਉਹਨਾਂ ਨੂੰ ਸਮਰਪਿਤ ਕਰਦਾ ਹਾਂ। ਜੋ ਉਹ ਕਰ ਰਹੇ ਹਨ, ਮੈਂ ਉਹਨਾਂ ਕੋਲੋਂ ਉਹੀ ਸਿੱਖਣਾ ਚਾਹੁੰਦਾ ਹਾਂ। ਮੈਂ 2 ਸਾਲ ਤੱਕ ਹਰੀ ਬਾਬਾ ਦੀ ਤਲਾਸ਼ ਕਰਦਾ ਰਿਹਾ। ਇਸ ਵਿਚਕਾਰ ਮੈਂ ਬਾਲੀਵੁੱਡ ਪਹੁੰਚ ਗਿਆ। ਮੈਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਫਿਲਮ ਐਕਟਰ ਦੇਵਾਨੰਦ ਜੀ ਨਾਲ ਮੈਂ ਹਰੇ ਰਾਮਾ ਹਰੇ ਕ੍ਰਿਸ਼ਨਾ ਫਿਲਮ ਵਿੱਚ ਕੰਮ ਕੀਤਾ। ਦੇਵਾਨੰਦ ਜੀ ਨੇ ਮੈਨੂੰ ਕਿਹਾ ਕਿ ਤੁਹਾਡਾ ਜਨਮ ਇਸ ਕੰਮ ਲਈ ਨਹੀਂ ਹੋਇਆ, ਤੁਸੀਂ ਆਪਣਾ ਸਮੇਂ ਬੇਕਾਰ ਕਿਉਂ ਗਵਾ ਰਹੇ ਹੋ? ਚਲੋ ਅਸੀਂ ਕਾਠਮਾਂਡੂ ਚਲਦੇ ਹਾਂ ਤੇ ਉਹਨਾਂ ਨੂੰ ਢੂੰਡਦੇ ਹਾਂ। ਗੁਰੂ ਨਾਲ ਮੁਲਾਕਾਤ। ਕਾਠਮਾਂਡੂ ਵਿੱਚ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਂ ਤੁਹਾਡੀ ਇੰਤਜ਼ਾਰ ਕਰ ਰਿਹਾ ਹਾਂ। ਮੈਂ ਸਭ ਕੁਝ ਉੱਥੇ ਹੀ ਛੱਡ ਕੇ ਘਨੇ ਜੰਗਲਾਂ ਦੀ ਤਰਫ ਪੈਦਲ ਚਲਾ ਗਿਆ। ਨਦੀ ਦੇ ਕਿਨਾਰੇ ਇੱਕ ਸੋਹਣੀ ਜਗ੍ਹਾ ਤੇ ਬਹਿ ਕੇ ਸੋਚਣ ਲੱਗਾ ਕਿ ਇੱਕ ਦਿਨ ਮੇਰੀ ਦਾੜੀ ਤੇ ਵਾਲ ਵੱਧ ਜਾਣਗੇ, ਮੈਂ ਸੰਤ ਬਣ ਜਾਵਾਂਗਾ। ਸੋਚਦਾ ਸੋਚਦਾ ਮੈਂ ਉਸ ਪੱਥਰ ਤੇ ਸੋ ਗਿਆ। ਅਚਾਨਕ ਕਿਸੇ ਨੇ ਮੇਰਾ ਨਾਂ ਲੈ ਕੇ ਆਵਾਜ਼ ਮਾਰੀ। ਮੈਨੂੰ ਬੜੀ ਹੈਰਾਨੀ ਹੋਈ ਕਿ ਐਨੇ ਘਨੇ ਜੰਗਲ ਵਿੱਚ ਮੈਨੂੰ ਕੌਣ ਜਾਣਦਾ ਹੈ। ਮੈਂ ਅੱਖਾਂ ਖੋਲ ਕੇ ਦੇਖਿਆ ਤੇ ਇੱਕ ਸੰਤ ਮੇਰੀ ਤਰਫ ਚਲੇ ਆ ਰਹੇ ਸਨ। ਉਹ ਹਰੀ ਬਾਬਾ ਸਨ। ਮੈਂ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਹੁਣ ਮੈਨੂੰ ਤੁਹਾਡੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਆਪ ਇੱਥੇ ਆਏ ਹੋ? ਮੈਂ ਤੁਹਾਨੂੰ ਇੱਥੇ ਲੈ ਕੇ ਆਇਆ ਹਾਂ। ਤੇ ਇਹ ਕਹਿ ਕੇ ਉਹ ਮੈਨੂੰ ਹਿਮਾਲਿਆ ਲੈ ਗਏ। ਮਹਾਨ ਸੰਤਾਂ ਨਾਲ ਮੁਲਾਕਾਤ। 33 ਵਰ੍ਹਿਆਂ ਦੀ ਉਮਰ ਵਿੱਚ ਮੈਂ ਸੰਨਿਆਸ ਲੈ ਕੇ ਸੱਚ ਦੀ ਖੋਜ ਸ਼ੁਰੂ ਕੀਤੀ। ਮਨ ਦੀਆਂ ਸ਼ਕਤੀਆਂ ਦਾ ਚਿੰਤਨ ਤੇ ਆਤਮਾ ਦਾ ਬੋਧ ਮੇਰੇ ਜੀਵਨ ਦਾ ਟੀਚਾ ਬਣ ਗਿਆ। ਮੈਂ ਹਿਮਾਲਿਆ ਦੇ ਪਿੰਡਾਰੀ ਗਲੇਸ਼ੀਅਰ 'ਚ 16 ਸਾਲ ਤੱਕ ਕਠਿਨ ਤਪੱਸਿਆ ਕੀਤੀ। ਇਸ ਸਾਧਨਾ ਦੇ ਸਮੇਂ ਮੇਰੀ ਮੁਲਾਕਾਤ ਉੱਚ ਕੋਟੀ ਦੇ ਸੰਤਾਂ ਨਾਲ ਹੋਈ, ਜਿਨ੍ਹਾਂ ਵਿੱਚ ਮਾਂ ਅਵਤਾਰ ਬਾਬਾ ਜੀ, ਗੁਰੂ ਗੋਰਖਨਾਥ, ਸਰਵੇਸ਼ਾਨੰਦ, ਅਸ਼ਵਥਾਮਾ, ਸੁੰਦਰਨਾਥ, ਬਾਬਾ ਦੱਤਾਤਰੇ, ਮਜਨੂ ਬਾਬਾ, ਗੰਦਾ ਬਾਬਾ, ਗਣੇਸ਼, ਮਾਂ ਭਗਵਤੀ, ਅੰਗੀਰਸ, ਬਾਬਾ ਮਥੁਰਾ ਦਾਸ, ਗੁਰੂ ਨਾਨਕ ਦੇਵ ਜੀ ਮੁੱਖ ਹਨ। ਇਹਨਾਂ ਸਾਰਿਆਂ ਨੇ ਮੈਨੂੰ ਵੱਖੋ ਵੱਖਰੇ ਗ੍ਰਹਿ ਨਕਸ਼ਤਰਾਂ ਦੀ ਸੈਰ ਕਰਾਈ ਤੇ ਅਧਿਆਤਮ ਦੇ ਸੂਖਸ਼ਮ ਭੇਦ ਤੇ ਸਮਾਧੀ ਦੇ ਭੇਦ ਦੱਸੇ। ਮੇਰੀ ਸਮਾਧੀ ਦੀ ਸ਼ੁਰੂਆਤ। ਉਹਦੇ ਬਾਅਦ ਮੇਰੇ ਗੁਰੂ ਨੇ ਮੈਨੂੰ ਸੋਮਨਾਥ ਗਿਰੀ ਦਾ ਨਾਮ ਦਿੱਤਾ। ਮੈਂ 100 ਤੋਂ ਜ਼ਿਆਦਾ ਜਲ ਸਮਾਧੀ, ਭੂ ਸਮਾਧੀ ਤੇ ਵਾਯੂ ਸਮਾਧੀ ਲਗਾਈ। ਮੈਂ 3 ਦਿਨ ਤੋਂ ਲੈ ਕੇ
33 दिन तक ਦੀ ਸਮਾਧੀ ਲਗਾਈ। ਭਾਰਤ ਵਿੱਚ ਮੇਰਾ ਉਦੇਸ਼ ਸਮਾਧੀ ਲਗਾਣਾ ਤੇ ਯੱਗ ਕਰਨਾ ਸੀ। ਹਿਮਾਲੇ ਤੋਂ ਉਤਰ ਕੇ ਜਦੋਂ ਵੀ ਮੈਂ ਥੱਲੇ ਆਂਦਾ, ਯੱਗ ਕਰਦਾ, ਸਮਾਧੀ ਲਗਾਉਂਦਾ ਤੇ ਸਮਾਧੀ ਦੇਖਣ ਲਈ ਲੱਖਾਂ ਦੀ ਭੀੜ ਆਂਦੀ। ਇੱਕ ਵਾਰੀ ਮੱਧ ਪ੍ਰਦੇਸ਼ ਵਿੱਚ ਜਲ ਸਮਾਧੀ ਦੇ ਸਮੇਂ ਅਮਰੀਕਾ ਤੇ ਜਾਪਾਨ ਦੇ ਕੁਝ ਲੋਕਾਂ ਨੇ ਵੀਡੀਓ ਬਣਾ ਕੇ ਆਪਣੇ ਦੇਸ਼ਾਂ ਵਿੱਚ ਦਿਖਾਇਆ। ਉਹਨਾਂ ਦੇ ਅੰਦਰ ਵੀ ਇਸ ਗੱਲ ਦੀ ਤੜਪ ਪੈਦਾ ਹੋਈ ਕਿ ਕੋਈ ਬੰਦਾ ਹੈ ਜੋ ਸਰੀਰ ਤੋਂ ਉੱਤੇ ਉੱਠ ਕੇ ਜਿੰਦਾ ਹੈ, ਤੇ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ। ਸੰਸਾਰ ਵਿੱਚ ਅਸੀਂ ਮਨ ਦੀਆਂ ਸ਼ਕਤੀਆਂ ਤੇ ਹੰਕਾਰ ਨਾਲ ਜਿੰਦੇ ਹਾਂ, ਲੇਕਿਨ ਜਿਸ ਵੇਲੇ ਅਸੀਂ ਅਸਤਿਤਵ ਦੀ ਤਰਫ ਵਧਦੇ ਹਾਂ ਤੇ ਉੱਥੇ ਕੋਈ ਭੂਤਕਾਲ ਭਵਿੱਖ ਨਹੀਂ ਹੁੰਦਾ, ਸਿਰਫ ਵਰਤਮਾਨ ਹੁੰਦਾ ਹੈ। ਆਚਾर्य ਰਜਨੀਸ਼ ਨੇ ਇੱਕ ਗੱਲ ਕਹੀ ਸੀ, ਮੈਂ ਇੰਨੇ ਤੋਤੇ ਉਡਾ ਰਿਹਾ ਹਾਂ ਤਾਂ ਕਿ ਸ਼ਾਇਦ ਉਹਨਾਂ ਦੀ ਉਡਾਨ ਦੇਖ ਕੇ ਤੁਹਾਡੇ ਦਿਲ ਦੇ ਅੰਦਰ ਵੀ ਉੱਡਣੇ ਦੀ ਚਾਹ ਪੈਦਾ ਹੋ ਜਾਏ ਤੇ ਤੁਸੀਂ ਆਪਣੀਆਂ ਸੰਭਾਵਨਾ ਨੂੰ ਪਹਿਚਾਨੋ। ਹਮੇਸ਼ਾ ਇਕੱਲੇ ਵਿਅਕਤੀ ਨੇ ਹੀ ਸੱਤ ਨੂੰ ਜਾਣ ਕੇ ਆਤਮ ਸਾਖਸ਼ਾਤਕਾਰ ਦੀ ਅਵਸਥਾ ਪਾਈ ਹੈ। ਭੀੜ ਹਮੇਸ਼ਾ ਹਿੰਦੂ, ਮੁਸਲਮਾਨ, ਸਿੱਖ ਜਾਂ ਈਸਾਈ ਬਣ ਕੇ ਰਹਿੰਦੀ ਹੈ, ਪਰ ਇਕੱਲਾ ਵਿਅਕਤੀ ਜੇ ਉਹਦੀ ਕਾਮਨਾ ਸਭ ਤੋਂ ਉੱਚੇ ਲਕਸ਼ ਨੂੰ ਤੇ ਅਧਿਆਤਮਿਕ ਮਾਰਗ ਤੇ ਚੱਲਣ ਦੀ ਹੋਵੇ ਤਾਂ ਉਹ ਸਭ ਕੁਝ ਕਰ ਸਕਦਾ ਹੈ। ਸਿੱਧ ਪੁਰਸ਼ਾਂ ਦਾ ਆਸ਼ੀਰਵਾਦ। ਹਿਮਾਲਿਆ ਦਿਵਯ ਭੂਮੀ ਹੈ। ਹਿਮਾਲਿਆ ਵਿੱਚ 15,000 ਫੁੱਟ ਦੀ ਉਚਾਈ, ਜਿੱਥੇ 21 ਕਿਲੋਮੀਟਰ ਤੱਕ ਆਸ-ਪਾਸ ਕੋਈ ਨਹੀਂ ਹੁੰਦਾ, ਕੇਵਲ ਕੁਦਰਤ ਤੇ ਈਸ਼ਵਰ ਦੀ ਕਿਰਪਾ ਤੇ ਅਸੀਂ ਰਹਿੰਦੇ ਹਾਂ। ਕੋਈ ਨਾ ਕੋਈ ਸਿੱਧ ਪੁਰਸ਼ ਆ ਕੇ ਕਿਸੇ ਨਾ ਕਿਸੇ ਰੂਪ ਵਿੱਚ ਮੇਰੀ ਸਹਾਇਤਾ ਕਰ ਦਿੰਦੇ। ਇਹ ਅਦਿੱਖ ਦਿਵਯ ਮਹਾਂਪੁਰਸ਼ ਸਾਧਕ ਨੂੰ ਦਿਵਯ ਬਣਾ ਦਿੰਦੇ ਹਨ। ਇਹ ਮਹਾਂਪੁਰਸ਼ ਸੂਖਸ਼ਮ ਰੂਪ ਵਿੱਚ ਹਿਮਾਲਿਆ ਵਿੱਚ ਰਹਿੰਦੇ ਹਨ। ਜਦੋਂ ਸਾਡੇ ਜਿਹੇ ਲੋਕ ਸਭ ਕੁਝ ਛੱਡ ਕੇ ਹਿਮਾਲਿਆ ਪਹੁੰਚ ਜਾਂਦੇ ਹਨ ਤੇ ਉਹ ਕਿਰਪਾ ਕਰਕੇ ਆਸ਼ੀਰਵਾਦ ਦਿੰਦੇ ਹਨ ਤੇ ਸਹਾਇਤਾ ਕਰਦੇ ਹਨ। ਸਿੱਧ ਪੁਰਸ਼ ਕਿਹੋ ਜਿਹੇ ਹੁੰਦੇ ਹਨ? ਉਹ ਵੀ ਮਨੁੱਖ ਹੀ ਹੁੰਦੇ ਹਨ। ਉਹ ਵੀ ਸਾਡੇ ਔਰ ਤੁਹਾਡੇ ਚੋਂ ਹੀ ਨਿਕਲੇ ਹੋਏ ਲੋਕ ਹਨ। ਉਹ ਆਪਣੇ ਆਪ ਵਿੱਚ ਰਹਿੰਦੇ ਹਨ। ਉਹਨਾਂ ਦੇ ਰਹਿਣ ਸਹਿਣ ਤੇ ਵਿਵਹਾਰ ਵਿੱਚ ਫਰਕ ਹੈ। ਉਹਨਾਂ ਨੇ ਆਪਣੇ ਆਪ ਨੂੰ ਦਿਵਯ ਬਣਾ ਲਿਆ ਹੈ। ਉਹ ਆਤਮਾ ਦੀ ਅਵਸਥਾ 'ਚ ਜੀਂਦੇ ਹਨ। ਉਹ ਹਵਾ, ਪਾਣੀ ਤੇ ਕੁਦਰਤ ਨਾਲ ਜੀਂਦੇ ਹਨ। ਉਹ ਮਨੋਮੈ ਜਗਤ ਨੂੰ ਛੱਡ ਕੇ ਆਤਮ ਜਗਤ ਵਿੱਚ ਰਹਿੰਦੇ ਹਨ। ਅਸੀਂ ਮਨ ਦੇ ਨਾਲ ਜੀਂਦੇ ਹਾਂ ਤੇ ਮਨ ਸੰਸਾਰ ਬਣਾਉਂਦਾ ਹੈ ਤੇ ਉਸੇ ਸੰਸਾਰ ਵਿੱਚ ਰਹਿੰਦਾ ਹੈ। ਜਿਸ ਵੇਲੇ ਅਸੀਂ ਆਤਮਾ ਵਿੱਚ ਰਹਿੰਦੇ ਹਾਂ ਤੇ ਦਿਵਯਤਾ ਆ ਜਾਂਦੀ ਹੈ। ਅਸੀਂ ਠੰਡੇ ਤੇ ਗਰਮ ਦੇ ਪ੍ਰਭਾਵ ਵਿੱਚ ਰਹਿੰਦੇ ਹਾਂ, ਪਰ ਉਹਨਾਂ ਤੇ ਠੰਡ ਔਰ ਗਰਮੀ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਜਿਸ ਵੇਲੇ ਅਸੀਂ ਇਕੱਲੇ ਰਵਾਂਗੇ ਤਾਂ ਹੀ ਸਾਡੇ ਅੰਦਰ ਦਿਵਯਤਾ ਆਏਗੀ ਤੇ ਉਹਨਾਂ ਨਾਲ ਸੰਪਰਕ ਕਰਨ ਲਈ ਸਾਨੂੰ ਇਕੱਲੇ ਹੋਣਾ ਹੀ ਪੈਂਦਾ ਹੈ। ਮੈਂ ਉਹਨਾਂ ਕੋਲੋਂ ਪੁੱਛਿਆ ਕਿ ਸੰਸਾਰ ਵਿੱਚ ਇੰਨੀ ਅਸ਼ਾਂਤੀ ਹੈ, ਐਨੇ ਲੋਕ ਮਾਰ-ਕਾਟ ਕਰਦੇ ਹਨ ਕਿ ਸਿੱਧ ਲੋਕ ਉਹਨਾਂ ਦੀ ਚਿੰਤਾ ਕਰਦੇ ਹਨ? ਉਹਨਾਂ ਨੇ ਕਿਹਾ, ਹਾਂ, ਉਹ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਨੁੱਖ ਕਰਮ ਪ੍ਰਧਾਨ ਹੈ। ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। ਇਸ ਕਰਕੇ ਸਾਨੂੰ ਸਾਵਧਾਨ ਹੋ ਕੇ ਕਰਮ ਕਰਨੇ ਚਾਹੀਦੇ ਹਨ। ਮਨੁੱਖ ਨੂੰ ਆਪਣੇ ਵਿਚਾਰ, ਭਾਵਨਾਵਾਂ ਤੇ ਆਪਣੀਆਂ ਅਨੁਭੂਤੀਆਂ ਨੂੰ ਪ੍ਰਗਟ ਕਰਨਾ ਪੈਂਦਾ ਹੈ। ਇਹ ਸੰਸਾਰ ਕਰਮ ਪ੍ਰਧਾਨ ਹੈ। ਜੀਵਨ ਕਰਮ ਪ੍ਰਧਾਨ ਹੈ। ਜੋ ਬੋਵਾਂਗੇ ਉਹੀ ਕੱਟਾਂਗੇ। ਜਿਹੋ ਜਿਹੇ ਕਰਮ ਹੋਣਗੇ ਉਸ ਆਧਾਰ ਤੇ ਹੀ ਸਭ ਕੁਝ ਨਿਰਧਾਰਿਤ ਹੋਵੇਗਾ। ਸਾਡੇ ਜਿਹੋ ਜਿਹੇ ਵਿਚਾਰ ਹੋਣਗੇ, ਵਾਤਾਵਰਣ ਵਿੱਚੋਂ ਉਸੇ ਤਰ੍ਹਾਂ ਦੇ ਵਿਚਾਰ ਹੀ ਆਕਰਸ਼ਿਤ ਹੋ ਕੇ ਸਾਡੇ ਆਭਾ ਮੰਡਲ ਵਿੱਚ ਆ ਜਾਣਗੇ। ਮੇਰੀ ਅੰਤਰ ਯਾਤਰਾ। ਸੰਸਾਰ ਤੇ ਰਾਗ ਦੁਵੇਸ਼ ਹੈ। ਸਾਨੂੰ ਸ਼ਾਂਤੀ ਚਾਹੀਦੀ ਹੈ। ਉਹਦੇ ਲਈ ਪ੍ਰੇਮ ਚਾਹੀਦਾ ਹੈ। ਸੰਸਾਰੀ ਪ੍ਰੇਮ ਨਹੀਂ। ਹਰ ਇੱਕ ਬੰਦੇ ਦੇ ਮਨ ਦੇ ਅੰਦਰ ਜਾਗਰੂਕਤਾ ਲਿਆਣੀ ਪਏਗੀ। ਸਮਾਧੀ ਵਿੱਚ ਬੈਠਣ ਤੋਂ ਬਾਅਦ ਅਸੀਂ ਆਪਣੇ ਵਿਚਾਰਾਂ ਦੇ ਪ੍ਰਵਾਹ ਨੂੰ ਬਦਲ ਸਕਦੇ ਹਾਂ। ਸਮਾਧੀ ਵਿੱਚ ਬੈਠਣ ਤੋਂ ਬਾਅਦ ਅਸੀਂ ਆਪਣੇ ਵਿਚਾਰਾਂ ਦੇ ਵਹਿਣ ਨੂੰ ਬਦਲ ਸਕਦੇ ਹਾਂ। ਸਾਨੂੰ ਸ਼ਾਂਤੀ ਔਰ ਪ੍ਰੇਮ ਦਾ ਵਿਚਾਰ ਕਰਨਾ ਹੈ। ਔਰ ਅਗਨੀ, ਜਲ ਤੇ ਵਾਯੂ ਨੂੰ ਅਸੀਂ ਕਹਿੰਦੇ ਹਾਂ ਕਿ ਇਸ ਵਿਚਾਰ ਦਾ ਪ੍ਰਭਾਵ ਜਨ ਜਨ ਤੱਕ ਪਹੁੰਚਾਏ। ਸੰਤ ਲੋਕ ਹਮੇਸ਼ਾ ਸੰਸਾਰ ਦੇ ਭਲੇ ਦਾ ਚਿੰਤਨ ਕਰਦੇ ਹਨ। ਹਿਮਾਲਿਆ ਵਿੱਚ ਬਹਿ ਕੇ ਵੀ ਸਹਾਇਤਾ ਕਰਦੇ ਹਨ।
ਅਸੀਂ ਡਰ ਦੇ ਵਾਤਾਵਰਣ ਵਿੱਚ ਜੀ ਰਹੇ ਹਾਂ। ਧਾਰਮਿਕ ਵਿਵਸਥਾ ਲੋਕਾਂ ਨੂੰ ਵੰਡ ਕੇ ਉਹਨਾਂ ਵਿੱਚ ਦੂਰੀ ਵਧਾ ਰਹੀ ਹੈ। ਸਾਨੂੰ ਇਸ ਡਰ ਤੋਂ ਮੁਕਤ ਹੋਣਾ ਪਵੇਗਾ। ਡਰ ਤੋਂ ਉੱਪਰ ਉੱਠਣੇ ਦੀ ਸਿੱਖਿਆ ਸਾਡੇ ਕੋਲ ਨਹੀਂ ਹੈ। ਪ੍ਰੇਮ ਅੰਦਰ ਹੀ ਡਰ ਨੂੰ ਹਟਾਉਣ ਦੀ ਤਾਕਤ ਹੈ ਤੇ ਪ੍ਰੇਮ ਮਨ ਤੋਂ ਪਾਰ ਦੀ ਅਵਸਥਾ ਹੈ। ਲੋਕ ਮੈਨੂੰ ਆ ਕੇ ਪੁੱਛਦੇ ਹਨ, ਤੁਸੀਂ ਪਰਿਵਾਰਿਕ ਸੰਨਿਆਸ ਕਿਉਂ ਸ਼ੁਰੂ ਕੀਤਾ ਹੈ? ਮੈਂ ਉਹਨਾਂ ਨੂੰ ਕਿਹਾ, ਇਹ ਸਾਡੀ ਰਿਸ਼ੀ ਪਰੰਪਰਾ ਹੈ। ਸਾਰੇ ਰਿਸ਼ੀ ਪਰਿਵਾਰ ਨਾਲ ਰਹਿੰਦੇ ਸਨ। ਪਰਿਵਾਰ ਨਾਲ ਮੋਹ ਨਾ ਰੱਖੋ, ਕਿਉਂਕਿ ਉਹ ਨਾਲ ਨਹੀਂ ਜਾਏਗਾ। ਅਸੀਂ ਅੰਤਰਮੁਖੀ ਹੋਣਾ ਹੈ। ਵਰਤਮਾਨ ਵਿੱਚ ਰਹਿਣ ਨਾਲ ਹੀ ਸਭ ਕੁਝ ਮਿਲੇਗਾ। ਸਮਾਧੀ ਕੋਸ਼ਿਸ਼ ਨਾਲ ਨਹੀਂ, ਕਿਰਪਾ ਤੇ ਅਨੁਗ੍ਰਹਿਤਾ ਨਾਲ ਘਟਦੀ ਹੈ। ਸਮਾਧੀ ਵਿੱਚ ਅਸੀਂ ਸਾਰੇ ਸੰਸਾਰ ਨਾਲ ਇੱਕ ਹੋ ਜਾਂਦੇ ਹਾਂ। ਅਸੀਂ ਕੌਣ ਹਾਂ, ਇਹ ਪ੍ਰਸ਼ਨ ਵੀ ਨਹੀਂ ਰਹਿੰਦਾ। ਸਾਡੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਉਸ ਵੇਲੇ ਚਿੰਤਨ ਵਿੱਚ ਜੋ ਵੀ ਆਉਂਦਾ ਹੈ, ਉਹ ਸਭ ਪ੍ਰਕਾਸ਼ਿਤ ਹੋ ਜਾਂਦਾ ਹੈ। ਜੋ ਵੀ ਘਟ ਰਿਹਾ ਹੈ, ਉਹ ਸਭ ਦਿਖਾਈ ਦੇਣ ਲੱਗ ਜਾਂਦਾ ਹੈ। ਵਰਤਮਾਨ ਵਿੱਚ ਰਹਿਣ ਨਾਲ ਇੰਦਰੀਆਂ ਦਾ ਬਲ ਕਮਜ਼ੋਰ ਹੋ ਜਾਂਦਾ ਹੈ ਤੇ ਅਸੀਂ ਆਪਣੇ ਆਪ ਵਿੱਚ ਸੂਖਮ ਬ੍ਰਹਿਮੰਡ ਹੋ ਜਾਂਦੇ ਹਾਂ। ਸਮਾਧੀ ਸਾਨੂੰ ਆਪਣੇ ਆਪ ਨਾਲ ਜੋੜ ਲੈਂਦੀ ਹੈ। ਸਮਾਧੀ ਨਾਲ ਹੀ ਅਸੀਂ ਡਰ ਤੋਂ ਮੁਕਤ ਹੋ ਜਾਂਦੇ ਹਾਂ। ਸਮਾਧੀ ਦੀ ਅਵਸਥਾ ਵਿੱਚ ਆਤਮਾ ਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ। ਜਿਸ ਵੇਲੇ ਕ੍ਰਿਸ਼ਨ ਭਗਵਾਨ ਨੇ ਵਿਸ਼ਵ ਰੂਪ ਧਾਰਨ ਕੀਤਾ ਤੇ ਅਰਜੁਨ ਨੂੰ ਦਿਵਯ ਦ੍ਰਿਸ਼ਟੀ ਦਿੱਤੀ ਗਈ, ਉਹ ਘਟੀ ਨਹੀਂ ਸੀ। ਅਰਜੁਨ ਕ੍ਰਿਸ਼ਨ ਜੀ ਦਾ ਸਖਾ ਸੀ। ਅਰਜੁਨ ਨੇ ਆਪਣੇ ਆਪ ਨੂੰ ਇਹ ਬ੍ਰਹਿਮੰਡ ਵਿੱਚ ਦੇਖਿਆ, ਕ੍ਰਿਸ਼ਨ ਵੀ ਉਹੀ ਹੈ, ਮੈਂ ਵੀ ਉਹੀ ਹਾਂ। ਇਹ ਜਾਣ ਕੇ ਅਰਜੁਨ ਦਾ ਡਰ ਦੂਰ ਹੋ ਗਿਆ। ਇੱਕ ਹੋਣ ਤੋਂ ਬਾਅਦ ਡਰ ਨਹੀਂ ਰਹਿੰਦਾ। ਦ੍ਰੋਣਾਚਾਰਿਆ ਔਰ ਭੀਸ਼ਮ ਨੂੰ ਵੀ ਕ੍ਰਿਸ਼ਨ ਭਗਵਾਨ ਦਾ ਵਿਸ਼ਵ ਰੂਪ ਦਿਖਾਈ ਦਿੱਤਾ, ਲੇਕਿਨ ਉਹਨਾਂ ਲਈ ਉਹ ਘਟਿਤ ਹੋਇਆ ਸੀ। ਤੇ ਉਹਨਾਂ ਦੇ ਬਾਰੇ 'ਚ ਜੋ ਵੀ ਮੈਂ ਜਾਣਿਆ ਤੁਹਾਡੇ ਨਾਲ ਸਾਂਝਾ ਕੀਤਾ। ਅਜੇ ਬਹੁਤ ਕੁਝ ਹੈ ਜਾਣਨ ਲਈ, ਸਮਝਣ ਲਈ, ਅਨੁਭਵ ਕਰਨ ਲਈ। ਮੈਨੂੰ ਉਹਨਾਂ ਦੇ ਉੱਤੇ ਲੇਖ ਲਿਖਣ ਦਾ ਮੌਕਾ ਮਿਲਿਆ ਪਿਰਾਮਿਡ ਧਿਆਨ ਜਗਤ ਮੈਗਜ਼ੀਨ ਵਿੱਚ, ਔਰ ਉਹਨਾਂ ਦੀਆਂ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ। ਅਗਲੀ ਕੜੀ ਵਿੱਚ ਫਿਰ ਤੁਹਾਡੇ ਨਾਲ ਉਹਨਾਂ ਦੀ ਯਾਤਰਾ ਦੇ ਹੋਰ ਪੱਖ ਸਾਂਝਾ ਕਰਾਂਗੀ। ਤਦ ਤੱਕ ਸਤਿ ਸ਼੍ਰੀ ਅਕਾਲ, ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੂਜਿਆਂ ਤੱਕ ਇਹ ਗਿਆਨ ਪਹੁੰਚਾਓ, ਤਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਅਧਿਆਤਮ ਦੇ ਰਾਹ ਤੇ ਚੱਲਣਾ ਅੱਜ ਦੀ ਤਰੀਕ ਵਿੱਚ ਵੀ ਕੋਈ ਔਖਾ ਨਹੀਂ ਹੈ। ਸੰਤਾਂ ਨੇ ਸਾਡੇ ਲਈ ਮਾਰਗ ਬਹੁਤ ਸੌਖਾ ਕਰ ਦਿੱਤਾ। ਸਤਿ ਸ਼੍ਰੀ ਅਕਾਲ, ਧੰਨਵਾਦ।